सत श्री अकाल दोस्तों, मैं हाँ नरिंदरपाल सिंह। दोस्तों, ਤੁਹਾਨੂੰ याद होएगा कि जिस दिन ਅਸੀਂ ਇਹ ਜਤਾਇਆ ਸੀ कि 13 अप्रैल ਦਾ ਦਿਨ ਸਿੱਖ ਧਰਮ ਇਤਿਹਾਸ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ। ਭਲੇ ਹੀ ਉਹ ਖਾਲਸਾ ਸਿਰਜਣਾ ਦੀ ਦਿਵਸ ਹੋਵੇ ਜਾਂ 1919 ਦਾ ਜਲਿਆਂਵਾਲੇ ਬਾਗ ਦਾ ਗੋਲੀ ਕਾਂਡ ਹੋਵੇ ਜਾਂ 13 ਅਪ੍ਰੈਲ 1978 ਦੇ ਵਿੱਚ ਨਿਰੰਕਾਰੀ ਵਾਪਰੇ ਨਿਰੰਕਾਰੀ ਕਾਂਡ ਦਾ ਮਸਲਾ ਹੋਵੇ। ਅਸੀਂ ਉਸ ਦਿਨ ਤੁਹਾਨੂੰ ਇੱਕ ਯਾਦ ਕਰਾਇਆ ਸੀ ਕਿ ਅੱਜ ਕੱਲ੍ਹ ਜਦੋਂ ਲੋਕਡਾਊਨ ਦੇ ਦਿਨ ਚੱਲ ਰਹੇ ਹਨ, ਹਰ ਬੰਦਾ ਆਪਣੇ ਘਰ ਵਿੱਚ ਰਹਿਣ ਲਈ ਮਜਬੂਰ ਹੈ ਜਾਂ ਹਾਲਾਤਾਂ ਨੇ ਮਜਬੂਰ ਕੀਤਾ ਹੋਇਆ ਹੈ ਜਾਂ ਸਰਕਾਰਾਂ ਨੇ ਪਾਬੰਦੀਆਂ ਲਾ ਕੇ ਕਰੋਨਾ ਵਾਇਰਸ ਤੋਂ ਬਚਣ ਲਈ ਤੁਹਾਨੂੰ ਘਰ ਦੇ ਅੰਦਰ ਰਹਿਣ ਲਈ ਮਜਬੂਰ ਕਰ ਦਿੱਤਾ ਹੈ ਕਿ ਤੁਸੀਂ ਇਸ ਪਾਵਨ ਦਿਹਾੜੇ 'ਤੇ ਵੀ ਆਪਣੇ ਗੁਰਧਾਮਾਂ ਦੇ ਵਿੱਚ ਹਾਜ਼ਰੀ ਭਰਨ ਨਹੀਂ ਜਾ ਸਕੇ, ਇਸ ਪਾਵਨ ਤਿਉਹਾਰ ਨੂੰ ਨਹੀਂ ਮਨਾ ਸਕੇ, ਤਾਂ ਤੁਸੀਂ ਆਪਣੇ ਘਰ ਅੰਦਰ ਬੈਠ ਕੇ ਇੱਕ ਸਵੈ ਪੜਚੋਲ ਜ਼ਰੂਰ ਕਰੋ। ਘੱਟੋ ਘੱਟ ਇਹ ਮੁਲਾਂਕਣ ਜ਼ਰੂਰ ਕਰੋ ਕਿ ਆਖਰ ਜਿਹੜੇ ਦਿਹਾੜੇ ਤੁਸੀਂ ਹੁਣ ਤੱਕ ਮਨਾ ਚੁੱਕੇ ਹੋ, ਜਿਹੜੇ ਦਿਹਾੜਿਆਂ ਨੂੰ ਮਨਾਉਂਦਿਆਂ ਉਹਨਾਂ ਦੇ ਵਿੱਚ ਪ੍ਰਬੰਧਕਾਂ ਦੀਆਂ ਤਰੁੱਟੀਆਂ ਬਾਰੇ ਤੁਸੀਂ ਗੱਲਾਂ ਕਰ ਚੁੱਕੇ ਹੋ, ਇਹ ਤੇ ਜ਼ਰੂਰ ਵਿਚਾਰੋ ਕਿ ਇਸ ਵਾਰ ਮੌਕਾ ਤੁਹਾਨੂੰ ਮਿਲਿਆ ਹੈ ਤੇ ਤੁਸੀਂ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਯਾਦ ਕਰਦਿਆਂ ਆਪਣਾ ਕੀ ਯੋਗਦਾਨ ਪਾ ਸਕਦੇ ਹੋ। ਦੋਸਤੋ, ਜਦੋਂ ਅਸੀਂ ਆਮ ਕਹਿੰਦੇ ਹਾਂ ਕਿ ਉੱਥੇ ਅਮਲਾਂ ਦੇ ਹੋਣਗੇ ਨਿਬੇੜੇ, ਤਾਂ ਜਾਤ ਕਿਸੇ ਪੁੱਛਣੀ ਨਹੀਂ, ਤੇ ਵਿਚਾਰਨਾ ਬਣਦਾ ਹੈ ਕਿ ਜਦੋਂ ਅਸੀਂ ਸਿੱਖ ਧਰਮ ਇਤਿਹਾਸ ਨਾਲ ਜੁੜੀਆਂ ਸ਼ਤਾਬਦੀਆਂ ਮਨਾਉਂਦੇ ਹਾਂ ਔਰ ਜੇਕਰ ਇਹਨਾਂ ਸ਼ਤਾਬਦੀਆਂ ਨੂੰ 1920ਵੀਂ ਸਦੀ 'ਚ ਔਰ 21ਵੀਂ ਸਦੀ ਦੇ ਵਿੱਚ ਜਿੰਨੀਆਂ ਵੀ ਅਸੀਂ ਸ਼ਤਾਬਦੀਆਂ ਮਨਾਈਆਂ ਨੇ ਉਹਨਾਂ ਦੀ ਹੀ ਗੱਲ ਕਰੀਏ ਤਾਂ 35 ਸਾਲ ਬੀਤ ਚੁੱਕੇ ਨੇ। 1975 ਦੇ ਵਿੱਚ ਸਾਨੂੰ ਯਾਦ ਹੈ ਕਿ ਅਸੀਂ ਸ਼ਤਾਬਦੀ ਮਨਾਈ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ 300 ਸਾਲਾ ਸ਼ਹੀਦੀ ਪੁਰਬ ਦੀ। 1969 ਦੇ ਵਿੱਚ ਸ਼ਤਾਬਦੀ ਮਨਾਈ ਸੀ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ 500 ਸਾਲਾ ਪ੍ਰਕਾਸ਼ ਦਿਹਾੜੇ ਦੀ, ਔਰ ਉਸ ਤੋਂ ਬਾਅਦ 1977 ਦੇ ਵਿੱਚ ਅਸੀਂ ਸ਼ਤਾਬਦੀ ਮਨਾਈ ਸੀ ਅੰਮ੍ਰਿਤਸਰ ਸ਼ਹਿਰ ਦਾ 400 ਸਾਲਾ ਸਥਾਪਨਾ ਦਿਵਸ। ਹੁਣ ਜਦੋਂ ਅਸੀਂ 1999 ਤੋਂ ਲੈ ਕੇ ਨਿਰੰਤਰ 2018 ਤੱਕ ਵੱਖ-ਵੱਖ ਸ਼ਤਾਬਦੀਆਂ ਮਨਾ ਚੁੱਕੇ ਹਾਂ। 2019 ਦੇ ਵਿੱਚ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ 550 ਸਾਲਾ ਪ੍ਰਕਾਸ਼ ਦਿਹਾੜੇ ਨਾਲ ਜੁੜੀ ਸ਼ਤਾਬਦੀ ਮਨਾ ਚੁੱਕੇ ਹਾਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 1921 ਦੇ ਵਿੱਚ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਵੀ ਮਨਾਉਣ ਜਾ ਰਹੇ ਹਾਂ। ਤੇ ਫਿਰ ਸਵਾਲ ਪੈਦਾ ਜ਼ਰੂਰ ਹੁੰਦਾ ਹੈ ਕਿ ਕੀ ਅਸੀਂ ਇਹਨਾਂ ਸ਼ਤਾਬਦੀਆਂ ਨੂੰ ਇੱਕ ਸਧਾਰਨ ਮੇਲੇ ਵਾਂਗ ਹੀ ਮਨਾਇਆ ਹੈ? ਅਸੀਂ ਇਹਨਾਂ ਸ਼ਤਾਬਦੀਆਂ ਤੋਂ ਕੀ ਸਬਕ ਲਿਆ ਹੈ, ਕੀ ਸਿੱਖਿਆ ਪ੍ਰਾਪਤ ਕੀਤੀ ਹੈ ਔਰ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਢਾਲਿਆ ਹੈ, ਇਸ ਦਾ ਮੁਲਾਂਕਣ ਜ਼ਰੂਰ ਕਰਨਾ ਬਣਦਾ ਸੀ। ਔਰ ਜਦੋਂ ਅਸੀਂ 13 ਅਪ੍ਰੈਲ 1919 ਦੀ ਗੱਲ ਕੀਤੀ, ਜਦੋਂ ਅਸੀਂ 1999 ਦੇ ਵਿੱਚ ਖਾਲਸਾ ਸਿਰਜਣਾ ਦੇ 300 ਸਾਲਾ ਮਨਾਏ, ਤਾਂ ਇਹ ਯਾਦ ਕਰਨਾ ਬਣਦਾ ਹੈ ਕਿ ਪਹਿਲੀ ਵਾਰ ਸੀ ਕਿ 1999 ਦੇ ਵਿੱਚ ਪੂਰੇ ਸੰਸਾਰ ਦੇ ਅੰਦਰ ਖਾਲਸਾ ਸਿਰਜਣਾ ਦਿਵਸ ਦਾ ਨਗਾਰਾ ਗੂੰਜਿਆ ਸੀ ਔਰ ਪੂਰਾ ਸਿੱਖ ਜਗਤ ਇੱਕ ਵਾਰ ਪੂਰੇ ਜਾਹੋ ਜਲਾਲ 'ਚ ਉਤਸ਼ਾਹ ਦੇ ਵਿੱਚ ਸੀ। ਔਰ ਉਸ ਤੋਂ ਬਾਅਦ ਤੁਹਾਡੇ ਸਾਹਮਣੇ 21 ਸਾਲ 22 ਸਾਲ ਤੁਹਾਡੇ ਸਾਹਮਣੇ ਆ ਚੁੱਕੇ ਨੇ। ਆਖਰ ਅਸੀਂ ਇੰਨਿਆਂ ਸਾਲਾਂ ਦੇ ਵਿੱਚ ਅਜਿਹਾ ਠੋਸ ਕੀ ਕੀਤਾ ਕਿ ਅਸੀਂ ਇਹ ਦਾਅਵਾ ਕਰ ਸਕੀਏ ਕਿ ਅਸੀਂ ਵਾਕਿਆ ਹੀ ਉਸ ਦਿਹਾੜੇ ਤੋਂ ਕੋਈ ਸਿੱਖਿਆ ਲਈ। ਲੇਕਿਨ ਗੁਰਬਾਣੀ ਇਹ ਵੀ ਕਹਿੰਦੀ ਹੈ ਕਿ ਬਹੁਤ
ਵਿਰਲੇ ਹੀ ਹਨ ਜਿਹੜੇ ਕਿਤੇ ਅਮਲੀ ਰੂਪ ਦੇ ਵਿੱਚ ਗੁਰੂ ਦੀ ਸਿੱਖਿਆ ਨੂੰ ਲੈ ਕੇ ਅੱਗੇ ਤੁਰਦੇ ਹਨ। ਔਰ ਜਦੋਂ ਸਿਰਫ ਤੇ ਸਿਰਫ ਸਾਲ 1999 ਦੀ ਗੱਲ ਕੀਤੀ ਜਾਏ ਤਾਂ ਦੋ ਪ੍ਰਮੁੱਖ ਨਾਂ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੇ ਇਸ ਦਿਹਾੜਿਆਂ ਨੂੰ, ਸ਼ਤਾਬਦੀਆਂ ਨੂੰ ਮਨਾਉਂਦਿਆਂ ਕੋਈ ਐਸਾ ਉਪਰਾਲਾ ਕੀਤਾ ਜਿਹੜਾ ਉਪਰਾਲਾ ਅੱਜ ਇੱਕ ਮਿਸ਼ਨ ਬਣ ਕੇ ਸਾਹਮਣੇ ਆ ਚੁੱਕਾ ਹੈ। ਸਭ ਤੋਂ ਪਹਿਲਾਂ ਗੱਲ ਕਰਾਂਗਾ ਯੂਕੇ ਦੇ ਜੰਮਪਲ ਰਵਿੰਦਰ ਸਿੰਘ ਦੀ, ਜਿਸ ਨੂੰ ਅੱਜ ਕੱਲ੍ਹ ਰਵੀ ਸਿੰਘ ਕਰਕੇ ਜਾਣਿਆ ਜਾਂਦਾ ਹੈ। ਰਵੀ ਸਿੰਘ ਖਾਲਸਾ ਏਡ ਇੰਟਰਨੈਸ਼ਨਲ ਵਾਲੇ। ਜੇਕਰ ਥੋੜ੍ਹੀ ਜਿਹੀ ਝਾਤ ਮਾਰੋ ਤੇ ਰਵੀ ਸਿੰਘ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਹ ਦਿਹਾੜਾ ਮਨਾਉਣ ਨਹੀਂ ਸੀ ਪੁੱਜੇ। ਉਹ ਯੂਕੇ ਦੇ ਵਿੱਚ ਬੈਠੇ ਸਨ। ਔਰ ਉਸ ਵੇਲੇ ਹੋਇਆ ਕੀ ਸੀ ਕਿ ਘਰ ਬੈਠਿਆਂ ਟੀਵੀ ਦੇ ਉੱਤੇ ਇੱਕ ਖਬਰ ਚੱਲ ਰਹੀ ਸੀ, ਸਾਹਮਣੇ ਅਖਬਾਰਾਂ ਪਈਆਂ ਸਨ ਕਿ ਸੀਰੀਆ ਤੋਂ ਲੋਕ ਰਿਫਿਊਜੀ ਬਣ ਕੇ ਅਲਬਾਨੀਆ ਦੇ ਬਾਰਡਰ ਦੇ ਉੱਤੇ ਬੈਠੇ ਹਨ ਔਰ ਸਰਦੀ ਦੇ ਦਿਨਾਂ ਦੇ ਵਿੱਚ ਕੋਲ ਕੁਛ ਨਹੀਂ ਹੈ, ਖਾਣਾ ਪੀਣਾ ਤੇ ਬਹੁਤ ਦੂਰ ਦੀ ਗੱਲ ਹੈ। ਔਰ ਉਸ ਸ਼ਖਸ ਨੇ, ਯਕੀਨ ਕਰੋ, ਉਸ ਵੇਲੇ ਰਵੀ ਸਿੰਘ ਦੀ ਉਮਰ ਕਿੰਨੀ ਸੀ? 30 ਸਾਲ। 30 ਸਾਲ ਦਾ ਇਹ ਨੌਜਵਾਨ ਉਸ ਵੇਲੇ 1999 ਦੇ ਵਿੱਚ 2 ਟਰੱਕ ਤੇ ਇੱਕ ਵੈਨ ਰਾਸ਼ਨ ਔਰ ਦੂਸਰੇ ਸਾਜੋ ਸਮਾਨ ਦੀ ਲੈ ਕੇ ਅਲਬਾਨੀਆ ਦੇ ਸਰਹੱਦ ਤੇ ਪੁੱਜਦਾ ਹੈ। ਔਰ ਜਿਹੜਾ ਕਰਮ ਉਸ ਵੇਲੇ ਉਹ ਆਰੰਭ ਦਿੰਦਾ ਹੈ, ਜੋ ਮਿਸ਼ਨ ਗੁਰੂ ਪਾਤਸ਼ਾਹ ਦੇ ਸਮੇਂ ਕਦੇ ਭਾਈ ਕਨ੍ਹਈਆ ਲੈ ਕੇ ਤੁਰੇ ਸਨ, ਜੋ ਮਿਸ਼ਨ ਗੁਰੂ ਨਾਨਕ ਪਾਤਸ਼ਾਹ ਨੇ ਵੰਡ ਛਕਣ ਦਾ ਦਿੱਤਾ ਸੀ, ਸੰਗਤ ਤੇ ਪੰਗਤ ਦਾ ਮਿਲਿਆ ਸੀ ਸਾਨੂੰ ਸਿੱਖ ਧਰਮ ਇਤਿਹਾਸ ਦੇ ਵਿੱਚੋਂ, ਉਸ ਮਿਸ਼ਨ ਨੂੰ ਦੀ ਸ਼ੁਰੂਆਤ ਰਵੀ ਸਿੰਘ ਸ਼ੁਰੂ ਕਰ ਦਿੰਦੇ ਨੇ। ਔਰ 13 ਅਪ੍ਰੈਲ 2020 ਨੂੰ ਰਵੀ ਸਿੰਘ ਅਚਨਚੇਤ ਆਪਣੀ ਫੇਸਬੁੱਕ ਅਕਾਊਂਟ ਤੋਂ YouTube ਦੇ ਉੱਤੇ ਐਲਾਨ ਕਰਦੇ ਨੇ ਕਿ ਅੱਜ ਮੇਰਾ 21ਵਾਂ ਜਨਮ ਦਿਨ ਹੈ। ਮਨ ਦੇ ਵਿੱਚ ਇੱਛਾ ਜਾਗਦੀ ਹੈ ਕਿ ਐਡੀ ਵਡੇਰੀ ਉਮਰ ਦਾ ਸ਼ਖਸ 21 ਸਾਲਾਂ ਦਾ ਕਿਸ ਤਰ੍ਹਾਂ ਹੋ ਸਕਦਾ ਹੈ। ਲੇਕਿਨ ਜਦੋਂ ਝਾਤੀ ਮਾਰੀ ਜਾਂਦੀ ਹੈ ਉਹਦੇ ਜੀਵਨ ਦੇ ਉੱਤੇ ਤੇ ਪਤਾ ਲੱਗਦਾ ਕਿ ਇਹਦਾ 21ਵਾਂ ਜਨਮ ਇਸ ਗੁਰੂ ਸਿਧਾਂਤ ਉੱਤੇ ਅਮਲ ਕਰਦਿਆਂ ਹੈ। ਔਰ ਉਸ ਤੋਂ ਬਾਅਦ 1999 ਤੋਂ ਬਾਅਦ ਚਾਹੇ ਇਰਾਕ ਹੋਵੇ, ਯੁਗਾਂਡਾ ਹੋਵੇ, ਆਸਟ੍ਰੇਲੀਆ ਹੋਵੇ, ਕਸ਼ਮੀਰ ਹੋਵੇ, ਪੰਜਾਬ ਦੇ ਹੜ੍ਹ ਹੋਣ, ਜਿੱਥੇ ਕਿਤੇ ਵੀ ਕੋਈ ਕੁਦਰਤੀ ਆਫਤ ਆਈ ਜਾਂ ਮੈਨ ਮੇਡ ਆਦਮੀਆਂ ਦੁਆਰਾ ਸਿਰਜਿਆ ਹੋਇਆ ਕੋਈ ਵਿਨਾਸ਼ ਹੋਇਆ, ਉੱਥੇ ਰਵੀ ਸਿੰਘ ਦੀ ਸੰਸਥਾ ਖਾਲਸਾ ਏਡ ਸਭ ਤੋਂ ਪਹਿਲਾਂ ਪੁੱਜਦੀ ਹੈ। ਔਰ ਰਵੀ ਸਿੰਘ ਅੱਜ ਕਿਸ ਮੁਕਾਮ ਤੱਕ ਹੈ ਕਿ ਹੜ੍ਹ ਪੰਜਾਬ ਵਿੱਚ ਆਏ, ਸਰਕਾਰਾਂ ਬਾਅਦ 'ਚ ਪੁੱਜਦੀਆਂ ਨੇ, ਰਵੀ ਸਿੰਘ ਸਭ ਤੋਂ ਪਹਿਲਾਂ। ਸਰਕਾਰਾਂ ਸਿਰਫ ਸੜਕਾਂ ਬਣਾ ਦਿੰਦੀਆਂ ਨੇ, ਪੁਲ ਜੋੜ ਦਿੰਦੀਆਂ ਨੇ ਔਰ ਥੋੜ੍ਹਾ ਬਹੁਤਾ ਰਾਹਤ ਵਾਅਦਾ ਕਰ ਦਿੰਦੀਆਂ ਨੇ ਔਰ ਅੱਗੇ ਵੱਧ ਜਾਂਦੀਆਂ ਨੇ। ਲੇਕਿਨ ਰਵੀ ਸਿੰਘ ਪੰਜਾਬ ਦੇ ਖੇਤਾਂ ਦੇ ਵਿੱਚ ਪੁੱਜਦਾ ਹੈ ਔਰ ਉੱਥੇ ਜਿਹੜੇ ਲੋਕ ਜਿਨ੍ਹਾਂ ਦੇ ਟਰੈਕਟਰ ਹੀ ਰੁੜ ਗਏ, ਉਹਨਾਂ ਨੂੰ ਟਰੈਕਟਰ ਤੱਕ ਖਰੀਦ ਕੇ ਖਾਲਸਾ ਏਡ ਦਿੰਦੀ ਹੈ ਕਿ ਆਪਣੀ ਰੋਜ਼ੀ ਰੋਟੀ ਜੋਗੇ ਤੇ ਜ਼ਰੂਰ ਹੋ ਜਾਓ। ਔਰ ਮੈਨੂੰ ਯਾਦ ਹੈ ਕਿ ਜਦੋਂ ਸੀਰੀਆ ਦੇ ਰਿਫਿਊਜੀ ਜਾਂਦੇ ਹਨ ਤੇ ਬਹੁਤ ਤਸਵੀਰਾਂ, ਭਾਵੁਕ ਤਸਵੀਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਕਿ ਉੱਥੇ ਛੋਟੇ ਛੋਟੇ ਅਨਾਥ ਬੱਚੇ ਜਿਨ੍ਹਾਂ ਦੇ ਸਿਰ 'ਤੇ ਮਾਂ-ਬਾਪ ਦਾ ਸਾਇਆ ਵੀ ਨਹੀਂ ਰਿਹਾ, ਉਹ ਰਵੀ ਸਿੰਘ ਦੇ ਉੱਤੇ, ਰਵੀ ਸਿੰਘ ਦੇ ਨਾਲ ਇੰਝ ਚਿੰਬੜੇ ਹਨ ਜਿਸ ਤਰ੍ਹਾਂ ਇਹੀ ਉਹਨਾਂ ਦਾ ਸਭ ਕੁਝ ਹੁੰਦਾ ਹੈ। ਜਦੋਂ ਰੋਹਿੰਗਿਆ ਜਿਹੜੇ ਲੋਕ ਹਨ ਉਹਨਾਂ ਨੂੰ ਦੇਸ਼ ਨਿਕਾਲਾ ਮਿਲਦਾ ਹੈ ਤੇ ਸਰਕਾਰਾਂ ਆਪਣੇ ਦਰਵਾਜ਼ੇ
ਬਾਰਡਰ ਜਿਹਨੂੰ ਅਸੀਂ ਕਹਿੰਦੇ ਆ, ਦਰਵਾਜ਼ੇ ਰੋਹਿੰਗਿਆ ਸ਼ਰਨਾਰਥੀਆਂ ਲਈ ਬੰਦ ਕਰ ਦਿੰਦੀਆਂ ਹਨ, ਤਾਂ ਰਵੀ ਸਿੰਘ ਦਾ ਇਹ ਮਿਸ਼ਨ ਖਾਲਸਾ ਏਡ ਇੰਟਰਨੈਸ਼ਨਲ ਉਹਨਾਂ ਲੋਕਾਂ ਦੇ ਲਈ ਰਸਦ ਵੀ ਲੈ ਕੇ ਪੁੱਜਦਾ ਹੈ ਔਰ ਆਰਜੀ ਰੈਣ ਬਸੇਰਾ ਵੀ ਤਿਆਰ ਕਰਕੇ ਦਿੰਦਾ ਹੈ। ਔਰ ਇੱਕ ਸਿਰਫ ਇੰਨਾ ਕੁ ਮਨ ਦੇ ਵਿੱਚ ਜ਼ਰੂਰ ਆਉਂਦਾ ਹੈ ਕਿ ਕੋਈ ਨਾ ਤੇ ਕੋਈ ਸ਼ਖਸ ਐਸਾ ਹੈ ਜਿਸ ਨੇ 1999 ਦੀ ਵਿਸਾਖੀ ਦੇ ਉੱਤੇ ਖਾਲਸਾ ਸਿਰਜਣਾ ਦਿਵਸ ਮਨਾਉਂਦਿਆਂ ਘੱਟੋ ਘੱਟ ਖਾਲਸਾ ਜੋ ਪਹਿਚਾਨ ਹੈ, ਜੋ ਖਾਲਸੇ ਦੇ ਫਰਜ਼ ਹਨ, ਉਹਨਾਂ ਨੂੰ ਪਹਿਚਾਨਿਆ ਔਰ ਉਸ 'ਤੇ ਅਮਲ ਕੀਤਾ। ਔਰ ਅੱਜ ਖਾਲਸਾ ਸਿਰਜਣਾ ਦਿਵਸ ਮਨਾਏ ਨੂੰ ਭਾਵੇਂ 21 ਸਾਲ ਹੋ ਗਏ ਹਨ, ਹਰ ਸਾਲ ਖਾਲਸਾ ਸਿਰਜਣਾ ਦਿਵਸ ਆਉਂਦਾ ਹੈ, ਲੇਕਿਨ ਜੋ ਆਪਣੇ ਮਿਸ਼ਨ ਨੂੰ ਨਾਮ ਖਾਲਸਾ ਏਡ ਇੰਟਰਨੈਸ਼ਨਲ ਰਵੀ ਸਿੰਘ ਨੇ ਦੇ ਦਿੱਤਾ ਹੈ, ਉਹ ਜੁਗਾਂ ਜੁਗਾਂ ਤੱਕ ਸੰਸਾਰ ਦੇ ਵਿੱਚ ਕਾਇਮ ਰਹੇਗਾ। ਦੂਸਰਾ ਨਾਮ ਹੈ ਜੋ 1999 ਦੇ ਨਾਲ ਹੀ ਜੁੜਿਆ ਹੋਇਆ ਹੈ ਔਰ ਇਹ ਨਾਮ ਹੈ ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲੇ। ਬਾਬਾ ਸੇਵਾ ਸਿੰਘ ਸਤੰਬਰ 1999 ਦੇ ਵਿੱਚ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਦਾ 500 ਸਾਲਾ ਪ੍ਰਕਾਸ਼ ਦਿਹਾੜਾ ਆਉਂਦਾ ਹੈ ਤਾਂ ਉਸ ਵੇਲੇ ਇੱਕ ਅਹਿਦ ਲੈਂਦੇ ਹਨ ਕਿ ਘੱਟੋ ਘੱਟ ਗੁਰੂ ਨਗਰੀ ਜਿਹੜੀ ਹੈ ਉਸ ਨੂੰ ਹਰਿਆ ਭਰਿਆ ਬਣਾਉਣਾ ਹੈ। ਔਰ ਜੋ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਹੁਣ ਤੱਕ ਕਰ ਚੁੱਕੇ ਹਨ, ਉਹਨਾਂ ਨੂੰ ਟਰੀ ਮੈਨ ਆਫ ਪੰਜਾਬ ਦਾ ਖਿਤਾਬ ਦਿੱਤਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜਿਸ ਸੜਕ ਦੇ ਉੱਤੇ ਕੁਛ ਵੀ ਕੋਈ ਨਹੀਂ ਕੰਮ ਕਰਨਾ ਚਾਹੁੰਦਾ, ਉੱਥੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਹਰਿਆਵਲ ਕਾਇਮ ਕਰਨਗੇ, ਛਾਂਦਾਰ ਦਰਖਤ ਲਗਾਉਣਗੇ ਔਰ ਇਕੱਲੇ ਲਗਾਉਣਗੇ ਨਹੀਂ, ਉਹਨਾਂ ਦੀ ਸੰਭਾਲ ਵੀ, ਉਹਨਾਂ ਨੂੰ ਪਾਣੀ ਦੇਣ ਦਾ ਜ਼ਿੰਮਾ ਵੀ। ਔਰ ਹੁਣ ਤੱਕ ਬਾਬਾ ਸੇਵਾ ਸਿੰਘ 600 ਕਿਲੋਮੀਟਰ ਦੇ ਕਰੀਬ ਸੜਕਾਂ ਦੇ ਉੱਤੇ ਇਹ ਬੂਟੇ ਲਾਉਣ ਦੀ ਸੇਵਾ ਨਿਭਾ ਚੁੱਕੇ ਨੇ, 5 ਲੱਖ ਤੋਂ ਵੱਧ ਰੁੱਖ ਲਗਾ ਚੁੱਕੇ ਨੇ। ਔਰ ਉਸ ਧਰਤ ਤੋਂ ਸ਼ੁਰੂ ਕਰਦੇ ਨੇ, ਖਡੂਰ ਸਾਹਿਬ ਦੀ ਉਸ ਧਰਤ ਤੋਂ ਜਿੱਥੋਂ ਗੁਰੂ ਅੰਗਦ ਪਾਤਸ਼ਾਹ ਸਾਨੂੰ ਗੁਰਮੁਖੀ ਲਿਪੀ ਦੀ ਦਾਤ ਬਖਸ਼ਦੇ ਨੇ, ਜਿਸ ਧਰਤ ਦੇ ਉੱਤੇ ਅੱਜ ਵੀ ਗੁਰਮੁਖੀ ਲਿਪੀ ਦੀ ਉਹ 35 ਲਿਖੀ ਮਿਲਦੀ ਹੈ। ਔਰ ਉਸ ਧਰਤ ਤੋਂ ਸਫ਼ਰ ਸ਼ੁਰੂ ਕਰਨ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਦੇ ਵਿੱਚ ਹੀ ਨਿਸ਼ਾਨੇ ਸਿੱਖੀ ਨਾਂ ਦੀ ਇੱਕ ਬੁਲੰਦ ਇਮਾਰਤ ਤਿਆਰ ਕਰਵਾਉਂਦੇ ਹਨ। ਔਰ ਉਸ ਇਮਾਰਤ ਦੇ ਵਿੱਚ ਇੱਕ ਐਸਾ ਸਕੂਲ ਹੈ ਜੋ ਲੜਕੀਆਂ ਲਈ ਸਿੱਖਿਆ ਦਾ ਯੋਗ ਪ੍ਰਬੰਧ ਦੇ ਰਿਹਾ ਹੈ। ਉਸ ਸੰਸਥਾ ਵੱਲੋਂ, ਨਿਸ਼ਾਨੇ ਸਿੱਖੀ ਵੱਲੋਂ ਗੁਰਮਤਿ ਦੀ ਪੜ੍ਹਾਈ ਦਾ ਪ੍ਰਬੰਧ ਹੈ। ਜੋ ਬੱਚੇ IAS IPS ਕਰਨਾ ਚਾਹੁੰਦੇ ਹਨ, ਬਣਨਾ ਚਾਹੁੰਦੇ ਹਨ, ਉਹਨਾਂ ਦੀ ਮੁਫਤ ਪੜ੍ਹਾਈ ਤੇ ਟ੍ਰੇਨਿੰਗ ਦਾ ਪ੍ਰਬੰਧ ਕਰ ਰਿਹਾ ਹੈ। ਔਰ ਅੱਜ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਵੀ ਆਪਣੇ ਉਸ ਮਿਸ਼ਨ ਨੂੰ ਲੈ ਕੇ 21ਵੀਂ ਸਾਲ ਵੱਲ ਵੱਧ ਰਹੇ ਹਨ। ਸਤੰਬਰ ਦੇ ਵਿੱਚ ਉਹਨਾਂ ਦੀ ਵੀ ਉਹ 21ਵਾਂ ਜਨਮ ਦਿਨ ਜਿਹੜਾ ਆ ਰਿਹਾ ਹੈ। ਲੇਕਿਨ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਔਰ ਰਵੀ ਸਿੰਘ ਖਾਲਸਾ ਦਰਮਿਆਨ ਥੋੜਾ ਛੋਟਾ ਜਿਹਾ ਫਰਕ ਹੈ। ਮੈਂ ਪਹਿਲਾਂ ਮਾਫੀ ਮੰਗ ਲਵਾਂ ਕਿ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਲੋਕ ਸਤਿਕਾਰ ਦੇ ਨਾਲ ਬਾਬਾ ਸ਼ਬਦ ਉਹਨਾਂ ਦੇ ਨਾਮ ਨਾਲ ਜੋੜਦੇ ਹਨ, ਲੇਕਿਨ ਰਵੀ ਸਿੰਘ ਬੜਾ ਬੇਬਾਕ ਹੋ ਕੇ ਕਹਿੰਦੇ ਹਨ ਕਿ ਮੈਨੂੰ ਬਾਬਾ ਨਾ ਬਣਾਇਓ, ਮੈਨੂੰ ਸੇਵਾਦਾਰ ਹੀ ਰਹਿਣ ਦਿਓ। ਬਾਰ-ਬਾਰ ਯਾਦ ਆਉਂਦਾ ਹੈ ਕਿ 21 ਸਾਲ ਪਹਿਲਾਂ ਆਨੰਦਪੁਰ ਸਾਹਿਬ ਦੀ ਧਰਤ ਤੋਂ ਤੇ ਖਡੂਰ ਸਾਹਿਬ ਦੀ ਧਰਤ ਤੋਂ ਕੋਈ ਐਸਾ ਵਿਰਲਾ ਜਿਸ ਨੂੰ ਗੁਰੂ ਨੇ ਬਖਸ਼ਿਸ਼ ਕੀਤੀ, ਉਹ ਗੁਰੂ ਦੇ ਮਿਸ਼ਨ ਨੂੰ ਲੈ ਕੇ ਅੱਗੇ ਵਧਿਆ। ਔਰ ਅੱਜ ਇਹ ਦੋ ਨਾਂ ਬਾਬਾ ਸੇਵਾ ਸਿੰਘ ਔਰ ਰਵੀ ਸਿੰਘ ਖਾਲਸਾ ਇੱਕ ਮਿਸ਼ਨ ਬਣ ਕੇ ਸੰਸਾਰ ਦੇ ਸਾਹਮਣੇ ਹਨ।
परमात्मा दोनों ते अपनी मेहर का हथ रखे। ਤੁਹਾਡਾ ਸਭ ਦਾ बहुत बहुत धन्यवाद।